ਅੱਛਾ ਮੀਆਂ ਸਾਹਿਬ, ਇੱਕ ਹੋਰ ਸਵਾਲ ਸੀ ਕਿ ਅਕਸਰ ਇਹੀ ਸੁਣਿਆ ਮੈਂ ਕਿ ਜੀ ਇੱਕ ਮੁਜਰਮ ਹੈ, ਉਹਨੂੰ ਫਾਂਸੀ ਲਾਇਆ ਗਿਆ ਤੇ ਉਹਦਾ ਰੱਸਾ ਟੁੱਟ ਗਿਆ। ਠੀਕ ਹੈ, ਰੱਸਾ ਟੁੱਟ ਗਿਆ ਤੇ ਉਹ ਬਚ ਗਿਆ ਤੇ ਇਸ ਤੋਂ ਬਾਅਦ ਉਹਨੂੰ ਦੁਬਾਰਾ ਫਾਂਸੀ ਨਹੀਂ ਲਾਉਂਦੇ, ਕਿਉਂਕਿ ਉਹਨੂੰ ਤਾਂ ਇੱਕ ਵਾਰੀ ਫਾਂਸੀ ਦਾ ਹੁਕਮ ਸੀ ਤੇ ਉਹਨਾਂ ਨੇ ਲਟਕਾ ਦਿੱਤਾ ਤੇ ਰੱਸਾ ਟੁੱਟ ਗਿਆ। ਤੇ ਇਸ ਵਾਸਤੇ ਇੱਕ ਵਾਰੀ ਤਾਂ ਅਮਲ ਹੋ ਗਿਆ ਤੇ ਦੁਬਾਰਾ ਉਹਨੂੰ ਫਾਂਸੀ ਨਹੀਂ ਲਾਉਂਦੇ। ਤੇ ਜਾਂ ਇਹ ਵੇ ਕਿ ਉਹਨੂੰ ਫਾਂਸੀ ਜੇ ਲੱਗ ਗਈ ਹੈ, ਠੀਕ ਹੈ, ਤੇ ਜੀ ਬਾਅਦ 'ਚ ਜੀ ਪਤਾ ਲੱਗਾ ਜੀ ਉਹ ਬਚ ਗਿਆ, ਜ਼ਿੰਦਾ ਹੋ ਗਿਆ ਜੀ, ਐ ਤਾਂ ਫਿਰ ਵੀ ਉਹਨੂੰ ਦੁਬਾਰਾ ਨਵੀਂ ਜ਼ਿੰਦਗੀ ਮਿਲ ਗਈ। ਕਿਆ ਇਹ ਗੱਲਾਂ ਸਹੀ ਨੇ ਕਿ ਬਸ ਇਹ ਸੁਣੀ ਸੁਣਾਈ ਗੱਲਾਂ ਨੇ? ਇਹਦਾ ਜਵਾਬ ਚਾਹੀਦਾ ਸਾਨੂੰ। ਦੇਖੋ ਅਨਸਰ ਸਾਹਿਬ ਤੇ ਮੀਆਂ ਮੁਆਜ਼ ਇਸਲਾਮ ਸਾਹਿਬ, ਦੇਖੋ ਸਾਡੇ ਕਾਨੂੰਨ ਦੇ ਵਿੱਚ ਵੀ ਜਾਂ ਕਾਨੂੰਨ ਨੂੰ ਲੈ ਕੇ ਵੀ ਇਸ ਤਰ੍ਹਾਂ ਦੇ ਬਹੁਤ ਸੇ ਰੂਮਰਸ ਨੇ, ਬਹੁਤ ਜੀਆਂ ਮਤਲਬ ਅਫਵਾਹਾਂ ਨੇ ਜਾਂ ਗੱਲਾਂ ਬਣੀਆਂ ਨੇ ਜਿਨ੍ਹਾਂ ਦਾ ਹਕੀਕਤ ਦੇ ਨਾਲ ਨਾ ਕੋਈ ਤਾਲੁਕ ਨਹੀਂ ਹੈ। ਉਹ ਬਸ ਬਣੀਆਂ ਨੇ ਤੇ ਲੋਕੀ ਉਹਦੇ 'ਤੇ ਅਮਲ ਵੀ ਕਰੀ ਜਾਂਦੇ ਨੇ, ਜ਼ਿਹਨ ਵੀ ਉਹਨਾਂ ਨੇ ਉਸ ਤਰ੍ਹਾਂ ਦਾ ਬਣਾਇਆ ਹੈ। ਜ਼ਿਆਦਾਤਰ ਤੁਸੀਂ ਮੂਵੀਆਂ 'ਚ ਦੇਖਿਆ ਹੋਏਗਾ, ਉੱਥੇ ਵੀ ਇੰਝ ਹੀ ਹੁੰਦਾ ਹੋਵੇ ਕਿ ਕਿਹਾ ਜਾਂਦਾ ਹੈ ਕਿ ਯਾਰ ਜਿਹੜਾ ਜਿਹਨੂੰ ਫਾਂਸੀ ਹੁੰਦੀ ਏ ਉਹ ਰੱਸੀ ਟੁੱਟ ਜੇ ਤੇ ਉਹਨੂੰ ਦੁਬਾਰਾ ਫਾਂਸੀ ਨਹੀਂ ਹੁੰਦੀ, ਜਾਂ ਉਹਨੂੰ ਫਾਂਸੀ ਦਿੱਤੀ ਗਈ ਏ ਤੇ ਉਹਦੀ ਡੈਥ ਨਹੀਂ ਹੋਈ। ਇਹ ਸਾਰੀਆਂ ਨਾ ਬੇਬੁਨਿਆਦ ਬੇਸਲੈਸ ਗੱਲਾਂ ਨੇ ਅਨਸਰ ਸਾਹਿਬ, ਮੀਆਂ ਮੁਆਜ਼ ਸਾਹਿਬ, ਇਹ ਸਾਰੀਆਂ ਬੇਸਲੈਸ ਗੱਲਾਂ ਨੇ, ਇਹਨਾਂ ਦਾ ਹਕੀਕਤ ਦੇ ਨਾਲ ਨਾ ਕੋਈ ਤਾਲੁਕ ਨਹੀਂ ਹੈ। ਦੇਖੋ ਜਿਸ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ ਸਜ਼ਾਏ ਮੌਤ ਦੀ, ਜਦੋਂ ਉਹਦੇ ਆਯਾਮ ਕਰੀਬ ਹੁੰਦੇ ਨੇ, ਮਤਲਬ ਜਦੋਂ ਟਾਈਮ ਆ ਜਾਂਦਾ ਵੀ ਉਹਨੂੰ ਹੈਂਗ ਕਰਨ ਦਾ, ਤੇ ਉਹਨੂੰ ਇੱਕ ਲਹਿਦਾ ਸੈੱਲ ਦੇ ਵਿੱਚ ਰੱਖਿਆ ਜਾਂਦਾ ਵੇ, ਉਹਦੀ ਬੜੀ ਮਤਲਬ ਲੁੱਕ ਆਫਟਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਸ ਦਿਨ ਉਹਨੂੰ ਹੈਂਗ ਕਰਨਾ ਹੁੰਦਾ ਵੇ, ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ ਵੇ, ਉਹ ਸਾਰੇ ਮਤਲਬ ਡਿਊਟੀਆਂ ਹੁੰਦੀਆਂ ਨੇ, ਉਹ ਚੈੱਕ ਕਰਦੇ ਨੇ। ਇਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਹੈ ਕਿ ਰੱਸੀ ਟੁੱਟ ਜਾਏ ਜਾਂ ਬੰਦਾ ਜਿਹੜਾ ਨਾ ਉਹ ਬਚ ਜੇ, ਹੋ ਨਹੀਂ ਸਕਦਾ। ਜਦੋਂ ਹੈਂਗ ਕੀਤਾ ਜਾਂਦਾ ਵੇ, ਹੈਂਗ ਤੋਂ ਬਾਅਦ ਉਹ ਹੈਂਗ ਹੋਇਆ ਰਹਿੰਦਾ ਵੇ ਕਾਫੀ ਟਾਈਮ, ਫਿਰ ਡਾਕਟਰ ਹੁੰਦਾ ਵੇ ਉੱਥੇ, ਡਾਕਟਰ ਚੈੱਕ ਕਰਦਾ ਵੇ ਉਹਨੂੰ ਆਇਆ ਕਿ ਇਹਦੀ ਡੈਥ ਹੋ ਗਈ ਹੈ ਕਿ ਨਹੀਂ। ਉਨੀ ਦੇਰ ਤੱਕ ਉਹਨੂੰ ਉਤਾਰਿਆ ਨਹੀਂ ਜਾਂਦਾ ਜਿੰਨੀ ਦੇਰ ਤੱਕ ਉਹਦੀ ਡੈਥ ਕਨਫਰਮ ਨਹੀਂ ਹੁੰਦੀ। ਜਦੋਂ ਉਹਦੀ ਡੈਥ ਕਨਫਰਮ ਹੋ ਜਾਂਦੀ ਹੈ ਅਨਸਰ ਸਾਹਿਬ ਤੇ ਮੀਆਂ ਮੁਆਜ਼ ਸਾਹਿਬ, ਜਦੋਂ ਉਹਦੀ ਡੈਥ ਕਨਫਰਮ ਹੋ ਜਾਂਦੀ ਹੈ ਫਿਰ ਉਹਨੂੰ ਉਤਾਰ ਕੇ ਪੇਪਰ ਵਗੈਰਾ ਰੈਡੀ ਕੀਤੇ ਜਾਂਦੇ ਨੇ। ਉਹਦੇ ਜਿਹੜੇ ਲਵਾਹਕੀਨ ਨੇ ਉਹਨਾਂ ਨੂੰ ਉਹਦੀ ਜਿਹੜੀ ਇਹਨਾਂ ਬਾਡੀ ਉਹ ਦੇ ਦਿੱਤੀ ਜਾਂਦੀ ਹੈ। ਸਟੋਰੀ ਦਾ ਮਕਸਦ ਇਹ ਕਿ ਬਹੁਤ ਜ਼ਿਆਦਾ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਮਤਲਬ ਬਸ ਫਿਲਮਾਂ ਦੀ ਬੇਸ 'ਤੇ, ਹਕੀਕਤ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਅਨਸਰ ਸਾਹਿਬ। ਤੇ ਸਾਨੂੰ ਵੈਸੇ ਚਾਹੀਦਾ ਵੇ ਕਿ ਅਸੀਂ ਕੋਈ ਵੀ ਕ੍ਰਾਈਮ ਨਾ ਕਰੀਏ। ਅਗਰ ਲੈਟਸ ਸਪੋਜ਼ ਕਿ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਸਾਨੂੰ ਗੁੱਸਾ ਆ ਜਾਂਦਾ ਵੇ ਕਿਸੇ ਦੇ ਉੱਤੇ ਜਾਂ ਕੋਈ ਬੁਰੀਆ ਕੋਈ ਕੰਮ ਕਰਦਾ ਵੇ, ਤੇ ਸਾਨੂੰ ਹਰ ਦਰਜਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦਾ ਪੇਸ਼ੈਂਸ ਨਾਲ ਰਿਸਪੌਂਡ ਕਰੀਏ। ਸਭ ਠੀਕ ਹੈ ਮੀਆਂ ਸਾਹਿਬ, ਮੀਆਂ ਮੁਆਜ਼ ਸਾਹਿਬ, ਦੇਖੋ ਕ੍ਰਾਈਮ ਕਰਨ ਤੋਂ ਪਹਿਲੇ ਸੋਚਣਾ ਵੇ ਕਿ ਯਾਰ ਇਹਦੇ ਇਹ ਰੈਪਲੀਕੇਸ਼ਨਸ ਹੋ ਸਕਦੇ ਨੇ, ਇਹਦਾ ਇਹ ਰੱਦੇ ਅਮਲ ਹੋ ਸਕਦਾ ਵੇ, ਇਹਦੀਆਂ ਇਹ ਸਜ਼ਾਵਾਂ ਹੋ ਸਕਦੀਆਂ ਨੇ। ਜਦੋਂ ਕਰ ਛੜਿਆ ਫਿਰ ਤੇ ਤੁਹਾਡੇ ਕੋਲ ਆਪਸ਼ਨ ਹੀ ਖਤਮ ਹੋ ਗਈ ਨਾ। ਬਿਲਕੁਲ, ਫਿਰ ਤੇ ਸੋਚਣ ਦੀ ਤੁਹਾਡੇ ਕੋਲ ਆਪਸ਼ਨ ਹੀ ਖਤਮ ਹੋ ਗਈ। ਤੇ ਕ੍ਰਾਈਮ ਕਰਨ ਤੋਂ ਪਹਿਲੇ 100 ਦਫਾ ਸੋਚਣਾ ਵੇ। ਠੀਕ ਹੋ ਗਿਆ। ਤੇ ਮੈਨੂੰ ਉਮੀਦ ਹੈ ਮੀਆਂ ਸਾਹਿਬ ਤੁਹਾਨੂੰ ਵੀ ਸਮਝ ਆ ਗਈ ਹੋਏਗੀ ਇਸ ਗੱਲ ਦੀ, ਜਿਹੜੀ ਹੈ ਮਤਲਬ ਬੇਬੁਨਿਆਦ ਜੀ ਗੱਲ ਹੈ। ਤੇ ਅਨਸਰ ਸਾਹਿਬ ਤੁਹਾਨੂੰ ਵੀ ਸਮਝ ਆ ਗਈ। ਕਿੱਥੇ ਨੂੰ ਜਾਣਾ ਤੈਨੂੰ ਵਾਕਿਆ ਨਹੀਂ? ਓਕੇ ਜੀ। ਤੇ ਇਹ ਸਾਰੀ ਸਟੋਰੀ ਹੈ ਕਿ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਕਿ ਰੱਸੀ ਟੁੱਟ ਗਈ ਹੋਏ ਜਾਂ ਬੰਦੇ ਨੂੰ ਹੈਂਗ ਕੀਤਾ ਗਿਆ ਹੋਏ ਤੇ ਉਹ ਬਚ ਗਿਆ ਹੋਏ ਤੇ ਉਹਨੂੰ ਮਾਫ ਕਰ ਦਿੱਤਾ ਗਿਆ ਨਾ, ਬਿਲਕੁਲ ਇੰਜ ਨਹੀਂ ਹੋ ਸਕਦਾ। ਕਿਉਂਕਿ ਪੂਰੀ ਟੀਮ ਹੁੰਦੀ ਹੈ ਜਿਹੜੀ ਚੈੱਕ ਕਰਦੀ ਹੈ ਹਰ ਚੀਜ਼ ਨੂੰ, ਡੈਥ ਨੂੰ ਕਨਫਰਮ ਕਰਦੇ ਨੇ ਡਾਕਟਰ। ਉਸ ਤੋਂ ਬਾਅਦ ਉਹਨੂੰ ਮਤਲਬ ਜਿਹੜੇ ਉਹਨਾਂ ਦੇ ਲਾਹਕੀਨ ਨੇ ਉਹਨਾਂ ਨੂੰ ਸਪੁਰਦ ਕੀਤਾ ਜਾਂਦਾ ਹੋਵੇ। ਤੇ ਇਹ ਕੋਈ ਬੰਦਾ ਜ਼ਿਹਨ ਦੇ ਵਿੱਚ ਇਹ ਸੋਚ ਕੇ ਕ੍ਰਾਈਮ ਨਾ ਕਰੇ ਕਿ ਸ਼ਾਇਦ ਮੈਂ ਲੱਕੀ ਸਾਬਤ ਹੋਵਾਂ ਤੇ ਮੈਂ ਬਚ ਜਾਵਾਂ, ਨਾ, ਇਸ ਤਰ੍ਹਾਂ ਦਾ ਕੁਝ ਨਹੀਂ ਹੋ ਸਕਦਾ। ਓਕੇ ਓਕੇ ਜੀ, ਓਕੇ।